ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵਰਿੰਦਰ ਪੇ ਸਿੰਘ ਕਮਿਸ਼ਨ ਦੇ ਨਾਲ ਤੁਹਾਡਾ ਸਵਾਗਤ ਸੰਬੰਧਿਤ ਕਰਦਾ ਹਾਂ ਆਪਣੇ YouTube ਚੈਨਲ ਤੇ। ਇੱਕ ਨਵਾਂ ਪੱਤਰ ਮਿਤੀ 4 ਮਾਰਚ 2022 ਨੂੰ ਜਾਰੀ ਕੀਤਾ ਗਿਆ ਹੈ। ਇਹ ਲੈਟਰ ਦੇ ਬਾਰੇ ਕਈ ਕਰਮਚਾਰੀਆਂ ਵੱਲੋਂ ਸਵਾਲ ਵੀ ਪੁੱਛਿਆ ਜਾ ਰਿਹਾ ਸੀ, ਕਿਉਂਕਿ ਪਹਿਲਾਂ ਜਾਰੀ ਜਿਹੜੇ ਪੱਤਰ ਸੀ ਉਹਨਾਂ ਦੇ ਵਿੱਚ ਕੁਝ ਕੁ ਜਿਹੜੇ ਪੁਆਇੰਟ ਸੀ ਉਹ ਕਲੀਅਰ ਨਹੀਂ ਸੀ। ਤਾਂ ਇਹ ਜਿਹੜਾ ਪੱਤਰ ਜਾਰੀ ਹੋਇਆ, ਇਹਦਾ ਸਬਜੈਕਟ ਹੈ ਕਲੈਰੀਫਿਕੇਸ਼ਨ ਰਿਗਾਰਡਿੰਗ ਰਿਵੀਜ਼ਨ ਆਫ ਪੇ ਆਫ ਗੌਰਮੈਂਟ EMPLOYEES ਅੰਡਰ ਪੰਜਾਬ ਸਿਵਲ ਸਰਵਿਸ ਰਿਵਾਈਜ਼ਡ ਪੇ ਰੂਲਸ 2021। ਤਾਂ ਇਹ ਜਿਹੜਾ ਲੈਟਰ ਆ, ਇਹ ਲੈਟਰ ਦੇ ਵਿੱਚ ਦੱਸਿਆ ਹੋਇਆ ਕਿ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਸਿਵਲ ਸਰਵਿਸਿਜ਼ ਰਿਵਾਈਜ਼ਡ ਪੇ ਰੂਲਸ 2021 ਮਿਤੀ 5/7/2021 ਨੂੰ ਜਾਰੀ ਹੋਏ ਸੀ, ਅਤੇ ਪੰਜਾਬ ਸਿਵਲ ਸਰਵਿਸ ਰਿਵਾਈਜ਼ਡ ਪੇ ਫਸਟ ਅਮੈਂਡਮੈਂਟ ਰੂਲਸ 2021 ਮਿਤੀ 20/9/21 ਨੂੰ ਜਾਰੀ ਹੋਏ ਸੀ। ਅਤੇ ਇਸ ਤੋਂ ਬਾਅਦ ਵਿੱਤ ਵਿਭਾਗ ਵੱਲੋਂ ਮਿਤੀ 3/11/2021, ਮਿਤੀ 15/12/2021 ਨੂੰ ਅਤੇ ਮਿਤੀ 6/1/2022 ਨੂੰ ਹਦਾਇਤਾਂ ਵੀ ਜਾਰੀ ਹੋਈਆਂ ਸੀ, ਜਿਹੜੀਆਂ ਇਹਨਾਂ ਰੂਲ ਦੇ ਨਾਲ ਹੀ ਸੰਬੰਧਿਤ ਸੀ। ਤਾਂ ਇਹਨਾਂ ਰੂਲ 7 ਦੇ ਵਿੱਚ ਇਹ ਦੱਸਿਆ ਗਿਆ ਸੀ, ਮਤਲਬ ਜਿਹੜੀ 5 ਜੁਲਾਈ ਦਾ ਨੋਟੀਫਿਕੇਸ਼ਨ ਮੇਨ ਨੋਟੀਫਿਕੇਸ਼ਨ ਸੀ, ਉਹਦੇ ਵਿੱਚ ਰੂਲ 7 ਦੇ ਵਿੱਚ ਦੱਸਿਆ ਗਿਆ ਸੀ ਕਿ ਜਿਹੜੀ ਪੇ ਆ ਰਿਵਾਈਜ਼ਡ ਕਿਸ ਤਰ੍ਹਾਂ ਫਿਕਸ ਕਰਨੀ ਆ, ਭਾਵ ਕਿ ਜਿਹੜੀ ਪੇ ਦੀ ਫਿਕਸੇਸ਼ਨ ਆ ਉਹ ਕਿਵੇਂ ਕਰਨੀ ਆ। ਪੇ ਫਿਕਸੇਸ਼ਨ ਦੇ ਬਾਰੇ ਉੱਥੇ ਦੱਸਿਆ ਗਿਆ ਸੀ ਕਿ ਜੇ ਉਹ ਕੈਟਾਗਰੀਆਂ ਜਿਨ੍ਹਾਂ ਦੀ 2011 ਦੇ ਵਿੱਚ ਰਿਵੀਜ਼ਨ ਹੋਈ ਸੀ ਅਤੇ ਜਿਨ੍ਹਾਂ ਕੈਟਾਗਰੀਆਂ ਦੀ ਰਿਵੀਜ਼ਨ ਨਹੀਂ ਹੋਈ ਸੀ, ਦੋਨਾਂ ਦੇ ਲਈ ਅਲੱਗ-ਅਲੱਗ ਜਿਹੜਾ ਫੈਕਟਰ ਆ ਉਹ ਦੱਸਿਆ ਗਿਆ ਸੀ, ਉਹ ਫਾਰਮੂਲਾ ਸਾਰਾ ਦੱਸਿਆ ਸੀ। ਤਾਂ ਇੱਥੇ ਤੱਕ ਸਿਰਫ ਇਹ ਦੱਸਿਆ ਗਿਆ ਹੈ, ਹਿਸਟਰੀ ਦੱਸੀ ਗਈ ਆ। ਅਤੇ ਇਹਦੇ ਨਾਲ ਹੀ ਅੱਗੇ ਲਿਖਿਆ ਹੋਇਆ, ਦਿਸ ਰੂਲ ਕਲੀਅਰਲੀ ਸਟੇਟਸ as to by which method the pay shall be revised in such cases where the pay band or grade pay has been re-revised after implementation of the recommendation of 5th pay commission in 2009। ਕਿ ਇਹ ਰੂਲ ਦੇ ਵਿੱਚ ਦੱਸਿਆ ਗਿਆ ਸੀ ਕਿ 5ਵੇਂ ਪੇ ਕਮਿਸ਼ਨ ਤੋਂ ਬਾਅਦ ਜਿਹੜੀਆਂ ਰਿਵੀਜ਼ਨਸ ਹੋਈਆਂ ਨੇ ਜਾਂ ਰੀ-ਰਿਵੀਜ਼ਨ ਹੋਈਆਂ ਨੇ, ਉਹਨਾਂ ਕੇਸਾਂ ਦੇ ਵਿੱਚ ਪੇ ਕਿਵੇਂ ਫਿਕਸ ਹੋਣੀ ਆ। Now in continuation of the above notification instructions, I am directed to further clarify that the adoption of the recommendation of 5th pay commission 1/1/2006 onwards certain categories may have given the benefit as mentioned below। ਤਾਂ ਇਹਨਾਂ ਨੇ ਦੱਸਿਆ ਕਿ ਜਦੋਂ 5ਵਾਂ ਪੇ ਕਮਿਸ਼ਨ ਲਾਗੂ ਹੋਇਆ ਸੀ ਤਾਂ ਉਹ ਤੋਂ ਬਾਅਦ ਵੀ ਕਈ ਕੈਟਾਗਰੀਜ਼ ਨੇ ਜਿਹੜੀਆਂ, ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਬੈਨੀਫਿਟ ਆ ਉਹ ਜ਼ਰੂਰ ਮਿਲਿਆ ਸੀ। ਉਹ ਬੈਨੀਫਿਟ ਕਿਹੜੇ ਨੇ ਕਿ ਪਰਸੋਨਲ ਵਿਭਾਗ ਦੀਆਂ ਜਿਹੜੀਆਂ ਹਦਾਇਤਾਂ ਨੇ 17/4/2000 ਦੀਆਂ DACP ਦੀਆਂ, ਜੇ ਉਹਦੇ ਅਕੋਰਡਿੰਗਲੀ ਕਿਸੇ ਨੂੰ ਲਾਭ ਮਿਲਿਆ। ਦੂਸਰੇ 'ਚ ਲਿਖਿਆ ਐਨੀ ਕੈਟਾਗਰੀਜ਼ ਵਿਚ ਵਰ ਗਿਵਨ ਦ ਐਡੀਸ਼ਨਲ ਫਾਈਨੈਂਸ਼ੀਅਲ ਅਪਗ੍ਰੇਡੇਸ਼ਨ ਇਨ ਦੀ ਐਗਜ਼ਿਸਟਿੰਗ ਸਟਰਕਚਰਲ ਪੇ ਸਕੇਲ ਮੇ ਬੀ ਅੰਡਰ ACP ਔਰ ਡਾਇਨਾਮਿਕ ACP। ਜੇ ਕਿਸੇ ਕੈਟਾਗਰੀ ਨੂੰ ACP ਜਾਂ DACP ਜਿਹੜੀ ਸਕੀਮ ਆ ਉਹਦੇ ਅੰਡਰ ਫਾਈਨੈਂਸ਼ੀਅਲ ਅਪਗ੍ਰੇਡੇਸ਼ਨ ਮਿਲਿਆ, ਉਹਨੂੰ ਵੀ ਆਪਾਂ ਇਹਦੇ 'ਚ ਰਿਵੀਜ਼ਨ ਦੇ ਵਿੱਚ ਕੰਸੀਡਰ ਕਰਨਾ। ਅਗਲਾ ਪੁਆਇੰਟ ਲਿਖਿਆ, ਦ ਕੈਟਾਗਰੀਜ਼ ਵੇਅਰ ਦਾ ਪੇ ਸਕੇਲ ਹੈਜ਼ ਬੀਨ ਰਿਵਾਈਜ਼ਡ ਬਾਈ ਗਿਵਿੰਗ ਦੈਮ ਦੀ ਸਟਰਕਚਰਲ ਪੇ ਸਕੇਲ। ਜੇ ਕਿਸੇ ਨੂੰ ਪੇ ਸਕੇਲ ਹੀ ਨਵਾਂ ਮਿਲ ਗਿਆ ਤਾਂ ਉਹਨੂੰ ਵੀ ਆਪਾਂ ਰਿਵਾਈਜ਼ਡ ਪੇ ਦੇ ਵਿੱਚ ਗਿਣਨਾ। ਅੱਗੇ ਇਹਦੇ 'ਚ ਪੁਆਇੰਟ 'ਚ ਲਿਖਿਆ, these financial upgradation to the above category of employees are to be considered as re-revision of the pay scale for all intents and purposes। ਤਾਂ ਇੱਥੇ ਜਾ ਕੇ ਜਿਹੜਾ ਪੁਆਇੰਟ ਕਲੀਅਰ ਹੋ ਜਾਂਦਾ ਕਿ ਜੇ ਕਿਸੇ ਕੈਟਾਗਰੀ ਨੂੰ ACP ਮਿਲਿਆ, DACP ਮਿਲੀ ਆ ਜਾਂ ਪੇ ਰਿਵਾਈਜ਼ ਹੋਈ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਰੀ-ਰਿਵੀਜ਼ਨ ਹੀ ਮੰਨਣਾ। ਅੱਗੇ ਲਿਖਿਆ, ਸੋ ਦਾ ਪੇ ਇਨ ਦੀਜ਼ ਕੇਸਿਸ ਟੂ ਬੀ ਰਿਵਾਈਜ਼ਡ ਫਿਕਸਡ ਬਾਈ ਕੰਸੀਡਰਿੰਗ ਦੀਜ਼ ਬੈਨੀਫਿਟਸ ਐਜ਼ ਰੀ-ਰਿਵੀਜ਼ਨ ਆਫ ਦੀ ਪੇ ਸਕੇਲ। That is, the same treatment is to be given for these above categories for revision fixation of their pay under the revised pay rules 2021 as admissible under rule 7 of the notification dated 5/7/2021। ਤਾਂ ਕਿਸੇ ਨੂੰ ਵੀ ਜੇ ACP ਦਾ ਬੈਨੀਫਿਟ ਦੇ ਵਿੱਚ ਫਾਈਨੈਂਸ਼ੀਅਲ ਅਪਗ੍ਰੇਡ ਮਿਲਿਆ ਜਾਂ DACP ਦੇ ਅੰਡਰ ਫਾਈਨੈਂਸ਼ੀਅਲ ਅਪਗ੍ਰੇਡ ਮਿਲਿਆ, ਤਾਂ ਉਹਨਾਂ ਅਪਗ੍ਰੇਡ ਨੂੰ ਆਪਾਂ ਰੀ-ਰਿਵੀਜ਼ਨ ਹੀ ਮੰਨਿਆ ਜਾਣਾ। ਭਾਵ ਕਿ ਜਿਵੇਂ ਆਪਾਂ ਪਹਿਲਾਂ ਪੇ ਫਿਕਸ ਕਰਦੇ ਸੀ 2011 ਦੀ ਜਿਹੜੀ ਰਿਵੀਜ਼ਨ ਸੀ ਉਹਨੂੰ ਰੀ ਰਿਵੀਜ਼ਨ ਮੰਨਿਆ ਗਿਆ ਸੀ, ਉਸੇ ਤਰ੍ਹਾਂ ACP DACP
ਜਾਂ ਫਾਈਨੈਂਸ਼ੀਅਲ ਅਪਗ੍ਰੇਡ ਕਿਸੇ ਵੀ ਤਰ੍ਹਾਂ ਦਾ ਉਹਨੂੰ ਆਪਾਂ ਰੀ ਰਿਵੀਜ਼ਨ ਮੰਨਣਾ। ਤੇ ਅਗਲੇ ਚੌਥੇ ਨੰਬਰ ਪੈਰੇ ਦੇ ਵਿੱਚ ਦੱਸਿਆ ਹੋਇਆ ਐਨੀ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਵਿਚ ਹੈਜ਼ ਨਾਟ ਰਿਵਾਈਜ਼ਡ ਫਿਕਸ ਦੀ ਪੇ ਆਫ category or any benefit has been given after the finance department notification dated 27/5/2009 as explained in para 2 above by also treating the financial upgradation as re-revision of pay scale। ਕਿ ਜੇ ਕਿਸੇ ਕੈਟਾਗਰੀ ਦਾ ਰੀ-ਰਿਵੀਜ਼ਨ ਨਹੀਂ ਹੋਈ ਸੀ ਪਰ ਡਿਪਾਰਟਮੈਂਟ ਨੇ ਕਿਸੇ ਤਰ੍ਹਾਂ ਦੀ ਰੀ-ਰਿਵੀਜ਼ਨ ਦਿੱਤੀ ਸੀ ਸਕੇਲ ਦੇ ਵਿੱਚ ਤਾਂ ਉਹਨੂੰ ਵੀ ਆਪਾਂ ਰੀ-ਰਿਵੀਜ਼ਨ ਹੀ ਮੰਨਣਾ। The excess amount paid if any shall be recovered adjusted from the concerned government employee। ਤਾਂ ਉਹਨੂੰ ਰੀ ਰਿਵੀਜ਼ਨ ਮੰਨ ਕੇ ਉਹਦੀ ਜਿਹੜੀ ਪੇ ਆ ਦੁਬਾਰਾ ਫਿਕਸ ਕੀਤੀ ਜਾਊਗੀ ਅਤੇ ਜੇ ਉਹਨੂੰ ਕੋਈ ਐਕਸੈਸ ਅਮਾਊਂਟ ਵਾਧੂ ਰਾਸ਼ੀ ਪੇ ਕੀਤੀ ਗਈ ਆ ਤਾਂ ਉਹਨੂੰ ਐਡਜਸਟ ਕੀਤਾ ਜਾਊ ਜਾਂ ਉਹਨੂੰ ਰਿਕਵਰ ਕੀਤਾ ਜਾਊਗਾ। ਅਤੇ ਅਖੀਰਲੇ ਪੈਰੇ 'ਚ ਲਿਖਿਆ ਦੀ ਕੰਪਲਾਇੰਸ ਆਫ ਦਿਸ ਕਲੈਰੀਫਿਕੇਸ਼ਨ ਸ਼ੈਲ ਬੀ ਇਨਸ਼ੋਰਡ ਬਾਏ ਕੰਸਰਨਡ HOD DDO ਐਂਡ ਐਨੀ ਡੈਵੀਏਸ਼ਨ ਸ਼ੈਲ ਬੀ ਟੇਕਨ ਐਜ਼ ਦੀ ਡੈਲੀਬਰੇਟ ਨਾਨ ਕੰਪਲਾਇੰਸ ਆਫ ਦਿਸ ਇੰਸਟਰਕਸ਼ਨ। ਅਤੇ ਹਰੇਕ ਡਿਪਾਰਟਮੈਂਟ ਦੇ ਹੈੱਡ ਆਫ ਡਿਪਾਰਟਮੈਂਟ ਅਤੇ ਡਰਾਇੰਗ ਐਂਡ ਡਿਸਬਰਸਿੰਗ ਆਫਿਸਰ ਨੂੰ ਇਹਨਾਂ ਇੰਸਟਰਕਸ਼ਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਜੇ ਕੋਈ ਪਾਲਣਾ ਨਹੀਂ ਕਰੂਗਾ ਤਾਂ ਇਹ ਮੰਨਿਆ ਜਾਊਗਾ ਕਿ ਉਹ ਜਾਣ ਬੁੱਝ ਕੇ ਇਹਨਾਂ ਹਦਾਇਤਾਂ ਨੂੰ ਲਾਗੂ ਨਹੀਂ ਕਰ ਰਹੇ। ਤਾਂ ਅੱਜ ਦੇ ਵੀਡੀਓ ਦੇ ਵਿੱਚ ਇੰਨੀ ਕੁ ਜਾਣਕਾਰੀ ਸੀ। ਜੇ ਅੱਜ ਦਾ ਇਹ ਵੀਡੀਓ ਚੰਗਾ ਲੱਗਿਆ ਹੋਵੇ ਤਾਂ ਇਹਨੂੰ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਕਰਕੇ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਕਮੈਂਟ ਦੇ ਵਿੱਚ ਲੈ ਸਕਦੇ ਹੋ ਅਤੇ ਨਾਲ ਦੀ ਨਾਲ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਦਿਓ।